अस्सलाम वालेकुम लਹਿੰਦੇ ਪੰਜਾਬ ਤੋਂ ਮੈਂ ਤੁਹਾਡਾ ਹੋਸਟ ਮਹਿਰ ਵਕਾਰ ਅਨਵਰ। ਅੱਜ ਜਿਹੜੀ ਗੱਲ ਕਰਨੀ ਹੈ ਇੰਤਹਾਈ ਅਫਸੋਸਨਾਕ ਵਾਕਿਆ ਹੈ ਲਾਹੌਰ ਦੇ ਅੰਦਰ ਜਿਹੜਾ ਬਣਿਆ, ਜਿੰਦੇ ਵਿੱਚ ਦੋ ਕੀਮਤੀ ਜਾਨਾਂ ਜਿਹੜੀਆਂ ਕੰਪਨੀਆਂ ਦਾਤਾ ਸਾਹਿਬ ਦੇ ਅੰਦਰ ਕੰਮ ਕਰਦੀਆਂ ਪਈਆਂ ਸੀ, ਉਹਨਾਂ ਦੀ ਨਾਅਹਿਲੀ ਦੀ ਵਜ੍ਹਾ ਤੋਂ ਬਣਿਆ, ਜਿੰਦੇ ਵਿੱਚ ਇੱਕ ਖਤੂਨ ਤੇ ਇੱਕ ਜਿਹੜਾ ਮਾਸੂਮ ਬੱਚੀ ਏ ਉਹ ਗੰਦੇ ਨਾਲੇ ਦੇ ਵਿੱਚ ਡਿੱਗ ਕੇ ਤੇ ਆਪਦੀ ਜਾਨ ਦੀ ਜਿਹੜੀ ਬਾਜ਼ੀ ਏ ਉਹ ਹਾਰ ਗਈਆਂ ਨੇ। ਇਹ ਇੰਤਹਾਈ ਅਫਸੋਸਨਾਕ ਵਾਕਿਆ ਉੱਥੋਂ ਦੀ ਜਿਹੜੀ ਇੰਤਜ਼ਾਮੀਆ ਹੈ ਉਹਦੇ ਭਾਰੀ ਬਣਿਆ। ਇਹ ਜਿਹੜੀ ਫੈਮਿਲੀ ਸੀ ਉੱਥੇ ਦਾਤਾ ਸਾਹਿਬ ਸਲਾਮ ਕਰਨ ਵਾਸਤੇ ਆਈ ਹੈ, ਉਸ ਤੋਂ ਬਾਅਦ ਬਾਜ਼ਾਰ ਦੇ ਵਿੱਚ ਗਏ ਨੇ ਤੇ ਉੱਥੇ ਜਾ ਕੇ ਚੀਜ਼ਾਂ ਲੈਂਦੇ ਪਏ ਸੀ ਤੇ ਫਿਰ ਇਹਨਾਂ ਇੱਕ ਰਕਸ਼ਾ ਕਰਵਾਇਆ। ਰਕਸ਼ਾ ਕਰਵਾਉਣ ਤੋਂ ਬਾਅਦ ਇਹ ਬਹਿਣ ਲੱਗੇ ਸੀ ਤੇ ਫਿਰ ਉੱਥੇ ਜਿਹੜਾ ਨਾਲ ਹੀ ਕੰਮ ਕੀਤਾ ਜਾਂਦਾ ਪਿਆ ਸੀ ਤੇ ਖੁੱਲੇ ਖੁੱਲੇ ਜਿਹੜੇ ਵੱਡੇ ਨਾਲੇ ਬਣੇ ਹੋਏ ਨੇ ਉਹਨਾਂ ਦੇ ਵਿੱਚ ਇਹ ਦੋਵੇਂ ਮਾਵਾਂ ਤੇ ਧੀਆਂ ਡਿੱਗ ਪੈਂਦੀਆਂ ਨੇ। ਤੇ ਜਿਹੜਾ ਖਾਵੰਦ ਹੁੰਦਾ ਹੈ 15 ਤੇ ਕਾਲ ਕਰਦਾ ਹੈ ਕਿ ਇੱਥੇ ਮੇਰੀ ਜਿਹੜੀ ਬੀਵੀ ਏ ਤੇ ਨਾਲ ਮੇਰੀ ਜਿਹੜੀ ਬੇਟੀ ਏ ਉਹ ਇਸ ਗੰਦੇ ਨਾਲੇ ਦੇ ਵਿੱਚ ਡਿੱਗ ਪਈਆਂ ਨੇ, ਇਸ ਢੱਕਣ ਦੇ ਨਾ ਲੱਗਣ ਦੀ ਵਜ੍ਹਾ ਤੋਂ। ਤੇ ਜਦੋਂ ਪੁਲਿਸ ਮੌਕੇ ਤੇ ਪਹੁੰਚਦੀ ਉਸ ਤੋਂ ਬਾਅਦ ਆ ਕੇ ਉਸ ਖਾਵੰਦ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਤੇ ਥਾਣੇ ਲੈ ਕੇ ਚਲੀ ਜਾਂਦੀ। ਉੱਥੇ ਲਿਜਾ ਕੇ ਉਹਦੇ ਤੇ ਤਸ਼ੱਦਦ ਕੀਤਾ ਜਾਂਦਾ ਹੈ, ਉਹਨੂੰ ਬਾਰ-ਬਾਰ ਟੌਰਚਰ ਕੀਤਾ ਜਾਂਦਾ ਹੈ, ਉਹਨੂੰ ਇਹ ਵੀ ਕਿਹਾ ਜਾਂਦਾ ਹੈ ਕਿ ਤੂੰ ਇਤਰਾਫ ਕਰਕੇ ਮੈਂ ਉਹਨਾਂ ਦਾ ਮਰਡਰ ਕਰ ਦਿੱਤਾ, ਉਹਨਾਂ ਨੂੰ ਕਤਲ ਕਰ ਦਿੱਤਾ। ਇਸ ਤਰ੍ਹਾਂ ਦਾ ਕੋਈ ਵੀ ਵਾਕਿਆ ਨਹੀਂ ਦਾ ਮੈਂ ਸਾਰੀ ਕਹਾਣੀ ਬਣਾਉਂਦਾ ਪਿਆ। ਹਰ ਦਫਾ ਇਸੇ ਤਰ੍ਹਾਂ ਹੀ ਹੁੰਦਾ ਹੈ, ਜਦੋਂ ਵੀ ਕੋਈ ਵਾਕਿਆ ਰੂਹਨੁਮਾ ਹੁੰਦਾ ਹੈ ਤੇ ਜਿਹੜੀ ਪੰਜਾਬ ਪੁਲਿਸ ਹੈ ਹਮੇਸ਼ਾ ਤੋਂ ਇਹਨੇ ਕੰਮ ਉਲਟ ਹੀ ਕਰਨਾ ਹੁੰਦਾ ਹੈ। ਜਿਹੜਾ ਮਦਈ ਹੁੰਦਾ ਹੈ ਉਹਦੇ ਉੱਤੇ ਹੀ ਪ੍ਰੈਸ਼ਰ ਪਾਉਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਹੀ ਇਹ ਵੀ ਜਿਹੜਾ ਅਫਸੋਸਨਾਕ ਵਾਕਿਆ ਬਣਿਆ ਤੇ ਚੰਦ ਘੰਟਿਆਂ ਤੋਂ ਬਾਅਦ ਜਿਹੜੀਆਂ ਰੈਸਕਿਊ ਦੀਆਂ ਟੀਮਾਂ ਨੇ ਉੱਥੇ ਪਹੁੰਚ ਗਈਆਂ ਨੇ, ਆਪਰੇਸ਼ਨ ਕੀਤੇ ਗਏ ਨੇ ਤੇ ਉਸ ਤੋਂ ਬਾਅਦ ਦੋਵਾਂ ਦੀਆਂ ਜਿਹੜੀਆਂ ਲਾਸ਼ਾਂ ਨੇ, ਇੱਕ ਪਹਿਲੇ ਮਿਲੀ, ਉਸ ਤੋਂ 14 ਘੰਟੇ ਬਾਅਦ ਦੂਸਰੀ ਜਿਹੜੀ ਛੋਟੀ ਬੱਚੀ ਨਾਲ ਰੋੜ ਕੇ ਗਈ ਸੀ। ਕਈ ਕਿਲੋਮੀਟਰ ਦੀ ਦੂਰੀ ਤੇ ਜਿਹੜੀ ਲਾਸ਼ਾਂ ਸੀ ਉਹ ਪਹੁੰਚ ਗਈਆਂ ਸੀ, ਕਿਉਂਕਿ ਜਿਹੜਾ ਪਾਣੀ ਦਾ ਬਹਾਓ ਹੈ ਉਹ ਬੜਾ ਜ਼ਿਆਦਾ ਸੀ। ਉਸ ਤੋਂ ਬਾਅਦ ਲਾਸ਼ਾਂ ਮਿਲੀਆਂ ਨੇ ਤੇ ਕਈ ਜਿਹੜੇ ਵਿੱਚ ਹਕੂਮਤ ਦੇ ਉਹਦੇ ਦੌਰਾਨ ਨੇ, ਲਾਸ਼ਾਂ ਮਿਲਣ ਤੋਂ ਬਾਅਦ ਵੀ ਇਹ ਗੱਲ ਉੱਥੇ ਕਹਿੰਦੇ ਪਏ ਸੀ ਕਿ ਇਹ ਸਾਰਾ ਇੱਕ ਡਰਾਮਾ ਕੀਤਾ ਜਾਂਦਾ ਪਿਆ, ਇਸ ਤਰ੍ਹਾਂ ਦਾ ਕੋਈ ਵਕੂਆ ਹੀ ਨਹੀਂ ਹੋਇਆ, ਨਾ ਹੀ ਕੋਈ ਇਸ ਤਰ੍ਹਾਂ ਦਾ ਮਾਮਲਾ ਹੋਇਆ। ਤੇ ਉਸ ਤੋਂ ਬਾਅਦ ਟੀਮਾਂ ਹਰਕਤ ਦੇ ਵਿੱਚ ਆਈਆਂ ਨੇ ਤੇ ਉਹਦੇ ਖਾਵਨ ਨੂੰ ਉੱਥੋਂ ਫੌਰੀ ਤੌਰ ਤੇ ਰਿਹਾ ਕੀਤਾ ਗਿਆ। ਇਹ ਉਹਨਾਂ ਦੇ ਨਾਲ ਬੜੀ ਜ਼ਿਆਦਾ ਜਿਹੜੀ ਨਾ ਇਨਸਾਫੀ ਹੋਈ ਹੈ, ਉਹਨਾਂ ਦੇ ਨਾਲ ਜ਼ੁਲਮ ਕੀਤਾ ਗਿਆ। ਇਹ ਜਿਹੜੀਆਂ ਕੰਪਨੀਆਂ ਲਾਈਆਂ ਜਾਂਦੀਆਂ ਨੇ ਇਹ ਬਿਲਕੁਲ ਜ਼ੁਲਮ ਕਰਦੀਆਂ ਨੇ। ਕਿਸੇ ਕਿਸਮ ਦੇ ਉੱਥੇ ਬੋਰਡ ਨਹੀਂ ਲਾਏ ਜਾਂਦੇ ਆਵਾਮ ਦੇ ਵਾਸਤੇ ਕਿ ਇੱਥੇ ਕੰਮ ਕੀਤਾ ਜਾਂਦਾ ਪਿਆ, ਐਸ ਜਿਹੜਾ ਏਰੀਆ ਇੱਥੋਂ ਤੁਸੀਂ ਨਹੀਂ ਲੰਘਣਾ। ਇਸ ਤਰ੍ਹਾਂ ਦਾ ਕੋਈ ਵੀ ਮਾਮਲਾ ਮੌਜੂਦ ਨਹੀਂ ਹੁੰਦਾ, ਕਿਉਂਕਿ ਸਿਰਫ ਔਰ ਸਿਰਫ ਉਹ ਸਰਕਾਰ ਦਾ ਕੰਮ ਕਰਦੇ ਪਏ ਹੁੰਦੇ ਨੇ ਪੈਸਿਆਂ ਦੀ ਖਾਤਰ ਕਿ ਸਾਨੂੰ ਤਨਖਾਹਾਂ ਤਾਂ ਮਿਲ ਹੀ ਜਾਣੀਆਂ ਨੇ, ਅਸੀਂ ਜਿਸ ਤਰ੍ਹਾਂ ਦਾ ਮਰਜ਼ੀ ਕੰਮ ਕਰ ਲਈਏ। ਉਸ ਤੋਂ ਬਾਅਦ ਫੌਰੀ ਤੌਰ ਤੇ ਵਜ਼ੀਰ ਆਲਾ ਪੰਜਾਬ ਮਰੀਮ ਨਵਾਜ਼ ਸ਼ਰੀਫ ਨੇ ਇੱਕ ਇਜਲਾਸ ਬੁਲਾਇਆ, ਜਿੰਦੇ ਵਿੱਚ ਮੁਖਤਲਿਫ ਜਿੰਦੇ ਵਿੱਚ ਉਹਦੇ ਦੌਰਾਨ ਸੀ ਡੀਸੀ ਲਾਹੌਰ ਸੀ, ਕਮਿਸ਼ਨਰ ਲਾਹੌਰ ਸੀ, ਇਸ ਤਰ੍ਹਾਂ ਦੇ ਜਿਹੜੇ ਲੋਕ ਸੀ ਉਹਨਾਂ ਨੂੰ ਬੁਲਾਇਆ ਗਿਆ। ਇਸ ਨਾਅਹਿਲੀ ਦੇ ਹਵਾਲੇ ਦੇ ਨਾਲ ਮੀਟਿੰਗ ਵੀ ਕੀਤੀ ਗਈ ਹੈ। ਲੇਕਿਨ ਬੜੇ ਅਫਸੋਸ ਦੀ ਗੱਲ ਹੈ ਕਿ ਇਹ ਜਿਹੜੀ ਮੀਟਿੰਗ ਹੈ ਇਹਨੂੰ ਬੁਲਾਉਣ ਦਾ ਕੋਈ ਵੀ ਫਾਇਦਾ ਨਹੀਂ ਹੈਗਾ, ਕਿਉਂਕਿ ਜਿਹੜੀਆਂ ਕੀਮਤੀ ਜਾਨਾਂ ਨੇ ਉਹ ਚਲੀਆਂ ਗਈਆਂ ਨੇ, ਉਹ ਵਾਪਸ ਨਹੀਂ ਆ ਸਕਦੀਆਂ। ਅਗਰ ਇਸ ਤਰ੍ਹਾਂ ਦਾ ਕੋਈ ਵੀ ਕੰਮ ਮੌਜੂਦ ਹੋਵੇ ਤੇ ਉਹਦੇ ਤੇ ਪਹਿਲੇ ਹੀ ਮੀਟਿੰਗ ਬੁਲਾਈ ਜਾਵੇ, ਉੱਥੇ ਇਸ ਤਰ੍ਹਾਂ ਦੇ ਇੰਤਜ਼ਾਮਾਤ ਕੀਤੇ ਜਾਣ ਤਾਂ ਕਿ ਇਹ ਜਿਹੜਾ ਪੰਜਾਬ ਹੈ ਤਖਤੇ ਲਾਹੌਰ ਹੈ ਇਹ ਕੋਈ ਸਖਰ ਜਾਂ ਬਖਰ ਜਾਂ ਕੋਈ ਕਰਾਚੀ ਦਾ ਏਰੀਆ ਨਹੀਂ, ਲਿਆਰੀ ਦਾ ਏਰੀਆ ਨਹੀਂ, ਜਿੱਥੇ ਜਿਹੜੀਆਂ ਕੀਮਤੀ ਜਾਨਾਂ ਨੇ ਉਹ ਚਲੀਆਂ ਜਾਣ ਤੇ ਉਸ ਤੋਂ ਬਾਅਦ ਉਹਨਾਂ ਦੇ ਹਵਾਲੇ ਦੇ ਨਾਲ ਇੱਥੇ ਤਸ਼ੱਦਦ ਵਾਲਾ ਜਿਹੜਾ ਕੰਮ ਹੈ ਉਹ ਕੀਤਾ ਜਾਂਦਾ ਹੈ। ਤੇ ਇਹਨਾਂ ਨੂੰ ਫੌਰੀ ਤੌਰ ਤੇ ਇਨਸਾਫ ਮਿਲਣਾ ਚਾਹੀਦਾ। FIR ਦਰਜ ਹੋ ਗਈਆਂ ਨੇ, ਉਸ ਤੋਂ ਬਾਅਦ ਜਿਹੜੇ ਮੁਲਾਜ਼ਮੀਨ ਸੀ ਉਹ ਵੀ ਫੜੇ ਗਏ ਨੇ, ਲੇਕਿਨ ਉਹਨਾਂ ਦਾ ਜ਼ਾਲਾ ਨਹੀਂ ਹੋ ਸਕਦਾ। ਜਿਹੜੀਆਂ ਕੀਮਤੀ ਜਾਨਾਂ ਗਈਆਂ ਨੇ ਸਿਰਫ ਔਰ ਸਿਰਫ ਕੰਪਨੀਆਂ ਦੀ ਨਾਅਹਿਲੀ ਦੀ ਵਜ੍ਹਾ ਤੋਂ। ਤੇ ਪੂਰੇ ਪੰਜਾਬ ਦੇ ਅੰਦਰ ਇਸ ਤਰ੍ਹਾਂ ਦੇ ਜਿਹੜੇ ਵਾਕਿਆਤ ਨੇ ਉਹ ਹੁੰਦੇ ਪਏ ਨੇ ਸਿਰਫ ਔਰ ਸਿਰਫ ਇੰਤਜ਼ਾਮੀਆਂ ਦੀ ਗਫਲਤ ਦੀ ਵਜ੍ਹਾ ਤੋਂ। ਇਸੇ ਤਰ੍ਹਾਂ ਹੀ ਅੱਜ ਜਿਹੜਾ ਜ਼ਿਲ੍ਹਾ ਕਸੂਰ ਦਾ ਇਲਾਕਾ ਹੈ ਰਜ਼ਾਨੀਪੁਰ, ਉੱਥੇ ਵੀ ਅਫਸੋਸਨਾਕ ਵਾਕਿਆ ਬਣਿਆ। ਦੋ ਜਿਹੜੇ ਬੱਚੇ ਸੀ ਉਹ ਗਟਰਾਂ ਦੇ ਅੰਦਰ ਚਲੇ ਗਏ ਨੇ। ਉਸ ਤੋਂ ਬਾਅਦ ਉੱਥੇ ਜਿਹੜੇ ਰਾਹਗੀਰ ਸੀ ਉਹਨਾਂ ਨੇ ਵੇਖਿਆ, ਫੌਰੀ ਤੌਰ ਤੇ ਬੱਚਿਆਂ ਨੂੰ ਬਾਹਰ ਕੱਢਿਆ। ਉਸ ਤੋਂ ਬਾਅਦ ਇੰਤਜ਼ਾਮੀਆਂ ਵੱਡੀ ਤਾਦਾਦ ਦੇ ਵਿੱਚ ਗੱਡੀਆਂ ਭਰ ਕੇ ਉੱਥੇ ਪਹੁੰਚੀ ਤੇ ਉਹਦਾ ਕੋਈ ਵੀ ਫਾਇਦਾ ਨਹੀਂ ਹੈਗਾ। ਤੇ ਇਸ ਤਰ੍ਹਾਂ ਦੇ ਜਿਹੜੇ ਵਾਕਿਆਤ ਨੇ ਇਹਨਾਂ ਦੀ ਰੋਕਥਾਮ ਵਾਸਤੇ ਸਪੈਸ਼ਲ ਟੀਮਾਂ ਬਣਾਈਆਂ ਜਾਣ ਤਾਂ ਕਿ ਜਿਹੜੀਆਂ ਕੀਮਤੀ ਜਾਨਾਂ ਨੇ ਉਹ ਬਚ ਜਾਣ। ਅੱਜ ਦੇ ਪ੍ਰੋਗਰਾਮ ਤੋਂ ਮੈਨੂੰ ਦਿਓ ਇਜਾਜ਼ਤ, ਇੱਕ ਨਵੇਂ ਪ੍ਰੋਗਰਾਮ ਦੇ ਨਾਲ ਤੁਹਾਡੇ ਨਾਲ ਫਿਰ ਹੋਵੇਗੀ ਮੁਲਾਕਾਤ। ਉਦੋਂ ਤੱਕ ਅੱਲਾ ਨਿਗਹਿਬਾਨ।